ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸੋ ਖੇਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਠ ਹੈ ਭਰੀਐ, ਇੱਥੇ ਹੀ ਵਿਸਰਾਮ ਹੈ। ਹੱਥ ਪੈਰ ਤਨ ਦੇਹ, ਇਸ ਤਰੀਕੇ ਨਾਲ ਪੜ੍ਹਨਾ ਹੈ। ਇਹਨੂੰ ਦੇਹ ਨਹੀਂ ਕਹਿ ਦੇਣਾ, ਹਾਹੇ ਨੂੰ ਲਾਂ ਨਹੀਂ ਲਾਉਣੀ। ਅਗਲੀ ਪੰਕਤੀ ਹੈ ਪਾਣੀ ਧੋਤੈ ਉਤਰ ਸੋ ਖੇਹ। ਇਸ ਤਰੀਕੇ ਨਾਲ ਖੱਖੇ ਦੀ ਲਾਂ ਲੰਮੀ ਬੋਲਣੀ ਹੈ ਅਤੇ ਹਾਹਾ ਮੁਕਤਾ ਬੋਲਣਾ ਹੈ, ਖੇਹ। ਧੋਤੈ ਦੇ ਉੱਤੇ ਵਿਸਰਾਮ ਹੈ। ਪਾਠ ਹੈ ਉੱਤਰ ਸੱਸੇ ਔਂਕੜ ਸੋ, ਇਹ ਅਲੱਗ-ਅਲੱਗ ਬੋਲਣਾ ਹੈ। ਸੋ ਟਕਸਾਲ ਦੇ ਗੁਟਕਿਆਂ ਦੇ ਵਿੱਚ ਅਲੱਗ-ਅਲੱਗ ਇਹ ਪਾਠ ਛਪਿਆ ਹੋਇਆ ਹੈ, ਲੇਕਿਨ ਹੁਣ ਵਾਲੇ ਗੁਟਕੇ ਸਾਹਿਬ ਜੋ ਛਪ ਰਹੇ ਹਨ ਉਹਨਾਂ ਦੇ ਵਿੱਚ ਇਹ ਪਾਠ ਇਕੱਠਾ ਹੈ। ਆਪ ਜੀ ਨੇ ਧਿਆਨ ਰੱਖਣਾ ਹੈ, ਪੜ੍ਹਨ ਲੱਗਿਆਂ ਸੱਸੇ ਔਂਕੜ ਅਲੱਗ ਬੋਲਣੀ ਹੈ। ਉੱਤਰ ਸੋ ਖੇਹ। ਮੂਤ ਪਲੀਤੀ ਕੱਪੜ ਹੋਏ, ਪਲੀਤੀ ਪਾਠ ਦੇ ਉੱਤੇ ਵਿਸਰਾਮ ਹੈ। ਕੱਪੜ ਹਾਹੇ ਹੋੜਾ ਹੋ, ਈੜੀ ਸਿਆਰੀ ਏ ਹੋਏ, ਇਹਨੂੰ ਹੋਏ ਨਹੀਂ ਪੜ੍ਹਨਾ। ਆਪ ਜੀ ਦੇ ਸਨਮੁਖ ਪਿਛਲੀਆਂ ਵੀਡੀਓ ਦੇ ਵਿੱਚ ਵੀ ਬਹੁਤ ਵਾਰੀ ਬੇਨਤੀ ਕੀਤੀ ਹੈ। ਦੇ ਸਾਬੂਣ ਲਈਐ ਉਹ ਧੋਏ। ਪਾਠ ਹੈ ਸਾਬੂਣ, ਥੋੜ੍ਹਾ ਜਿਹਾ ਕੱਸ ਕੇ ਬੋਲਣਾ ਹੈ। ਬੱਬੇ ਦੇ ਥੱਲੇ ਦਲੈਂਕੜਾਂ ਬੋਲਣੀਆਂ ਹਨ। ਕਈ ਸਾਬਣ ਕਹਿ ਜਾਂਦੇ ਹਨ, ਕਈ ਸਾਬੁਣ ਕਹਿੰਦੇ ਹਨ। ਸਾਬੂਣ, ਇੱਥੇ ਵਿਸਰਾਮ ਹੈ। ਲਈਐ ਉਹ ਧੋਏ, ਊੜੇ ਹੋੜਾ, ਊੜਾ ਤੋਂ ਖੁੱਲ੍ਹਾ ਹੈ, ਇਹਦੀ ਆਵਾਜ਼ ਜ਼ਿਆਦਾ ਦੇ ਕੇ ਉਹ, ਹਾਹੇ ਔਂਕੜ ਹੋ, ਉਹ ਧੋਏ। ਜੇ ਊੜੇ ਥੱਲੇ ਔਂਕੜ ਹੁੰਦੀ ਫਿਰ ਬਣਨਾ ਸੀ ਉਹ, ਲੇਕਿਨ ਇਹ ਪਾਠ ਹੈ ਉਹ ਧੋਏ। ਭਰੀਐ ਮਤ ਪਾਪਾ ਕੈ ਸੰਗ। ਮਤ ਦੇ ਉੱਤੇ ਵਿਸਰਾਮ ਹੈ। ਪਾਪਾ ਪਾਠ ਪੜ੍ਹਨਾ ਹੈ। ਕਈ ਬਿੰਦੀ ਲਵਾਉਂਦੇ ਹਨ, ਪਾਪਾਂ ਕਹੋ, ਲੇਕਿਨ ਬਿੰਦੀ ਨਹੀਂ ਹੈ ਅਤੇ ਨਹੀਂ ਬੋਲਣੀ। ਪਾਪਾ ਪਾਠ ਪੜ੍ਹਨਾ ਹੈ, ਜ਼ਿਆਦਾ ਪੋਲਾ ਵੀ ਨਹੀਂ ਪੜ੍ਹ ਜਾਣਾ। ਪਾ ਪਾ, ਪਾਪਾ ਪਾਠ ਪੜ੍ਹ ਕੇ ਕੈ ਸੰਗ, ਕਈ ਕੇ ਪੜ੍ਹਦੇ ਹਨ। ਕੱਕੇ ਦੇ ਉੱਤੇ ਦਲਾਈਆਂ ਹਨ ਅਤੇ ਦਲਾਈਆਂ ਦੀ ਆਵਾਜ਼ ਹੀ ਹੋਣੀ ਚਾਹੀਦੀ ਹੈ। ਉਹ ਧੋਪੈ ਨਾਵੈ ਕੈ ਰੰਗ। ਉਹ ਧੋਪੈ, ਪੱਪੇ ਦੀ ਆਵਾਜ਼ ਕੱਢਣੀ ਹੈ। ਇੱਥੇ ਹੀ ਵਿਸਰਾਮ ਹੈ। ਨਾਵੈ ਕੈ ਰੰਗ, ਪਾਠ ਭੋਲਾ ਪੜ੍ਹਨਾ ਹੈ। ਨਾਵੈ, ਇਹਨੂੰ ਨਾਵੈ ਨਹੀਂ ਕਹਿ ਦੇਣਾ, ਇਹ ਨਾਮ ਦੀ ਗੱਲ ਹੈ। ਪੁੰਨੀ ਪਾਪੀ ਆਖਣ ਨਾਹਿ। ਪਾਪੀ ਦੇ ਉੱਤੇ ਵਿਸਰਾਮ ਹੈ। ਆਖਣ ਪਾਠ ਦੇ ਵਿੱਚ ਅਣਾਣੇ ਦੀ ਆਵਾਜ਼ ਬੋਲਣੀ ਹੈ ਅਤੇ ਨੰਨੇ ਕੰਨਾ ਲੰਮਾ ਬੋਲ ਕੇ ਨਾਹਿ, ਇਹ ਸਹੀ ਉਚਾਰਨ ਹੈ। ਕਰ ਕਰ ਕਰਣਾ ਲਿਖ ਲੈ ਜਾਹੋ। ਕਰ ਕਰ ਕਰਣਾ, ਕਰਣਾ ਪਾਠ ਪੜ੍ਹਨਾ ਹੈ। ਅਣਾਣੇ ਦੀ ਆਵਾਜ਼ ਆਉਣੀ ਚਾਹੀਦੀ ਹੈ। ਇੱਥੇ ਵਿਸਰਾਮ ਹੈ। ਲਿਖ ਪੋਲਾ ਪਾਠ ਹੈ। ਲਿਖ ਲੈ ਜਾਹੋ, ਇਹਨੂੰ ਜਾਹੋ ਨਹੀਂ ਕਹਿ ਦੇਣਾ, ਹਾਹੇ ਦੇ ਹੋੜਾ ਲੱਗ ਜਾਵੇਗਾ। ਹਾਹੇ ਔਂਕੜ ਬੋਲਣੀ ਹੈ ਜਾਹੋ। ਇਸੇ ਤਰ੍ਹਾਂ ਅੱਗੇ ਸ਼ਬਦ ਆਉਣੇ ਹਨ। ਖਾਹੋ, ਜਾਹੋ। ਆਪੇ ਬੀਜ ਆਪੇ ਹੀ ਖਾਹੋ। ਬੀਜ ਪਦ ਦੇ ਉੱਤੇ ਵਿਸਰਾਮ ਹੈ। ਆਪੇ ਹੀ ਖਾਹੋ, ਇਸ ਤਰ੍ਹਾਂ ਪੜ੍ਹਨਾ ਹੈ। ਨਾਨਕ ਹੁਕਮੀ ਆਵਹੋ ਜਾਹੋ। ਨਾਨਕ ਪਦ ਦੇ ਉੱਤੇ ਵਿਸਰਾਮ ਲਗਾ ਕੇ ਹੁਕਮੀ ਪਾਠ ਬੋਲਣਾ ਹੈ। ਆਵਹੋ ਜਾਹੋ,
ਇਹਨੂੰ ਆਵੋ ਜਾਵੋ ਨਹੀਂ ਕਹਿਣਾ, ਧਿਆਨ ਰੱਖਣਾ ਹੈ। ਅਗਲੀ ਪੌੜੀ ਹੈ ਤੀਰਥ ਤਪ ਦਇਆ ਦਤ ਦਾਨ। ਤਪ ਪੋਲਾ ਪਾਠ ਪੜ੍ਹਨਾ ਹੈ, ਤਪ ਇੱਥੇ ਵਿਸਰਾਮ ਹੈ। ਦਇਆ ਪਾਠ ਪੜ੍ਹਨਾ ਹੈ, ਇਹਨੂੰ ਦਇਆ ਨਹੀਂ ਕਹਿ ਜਾਣਾ। ਦਇਆ ਪੜ੍ਹੋਗੇ ਤਾਂ ਦੱਦੇ ਸਿਹਾਰੀ ਐੜੇ ਕੰਨਾ ਇਸ ਤਰ੍ਹਾਂ ਆਉਂਦਾ ਹੈ, ਲੇਕਿਨ ਈੜੀ ਸਿਹਾਰੀ ਹੈ, ਦਇਆ ਪਾਠ ਹੈ। ਦਤ ਪੋਲਾ ਪਾਠ ਹੈ। ਦਾਨ ਇਸ ਤਰ੍ਹਾਂ ਨਾਲੇ ਪੜ੍ਹਨਾ ਹੈ। ਜੇ ਕੋ ਪਾਵੈ ਤਿਲ ਕਾ ਮਾਨ। ਜੇ ਵੱਖਰਾ ਕੋ ਵੱਖਰਾ, ਪਾਵੈ ਦੇ ਉੱਤੇ ਵਿਸਰਾਮ ਹੈ। ਤਿਲ ਕਾ ਵੱਖਰਾ ਵੱਖਰਾ ਪੜ੍ਹਨਾ ਹੈ, ਕਈ ਤਿਲਕਾ ਕਹਿ ਜਾਂਦੇ ਹਨ। ਤਿਲ ਕਾ ਮਾਨ। ਸੁਣਿਆ ਮੰਨਿਆ ਮਨ ਕੀਤਾ ਭਾਵ। ਮੰਨਿਆ ਦੇ ਉੱਤੇ ਵਿਸਰਾਮ ਹੈ। ਅੰਤਰਗਤ ਤੀਰਥ ਮਲ ਨਹਾਉ। ਅੰਤਰਗਤ ਪੋਲਾ ਜਿਹਾ ਪਾਠ ਪੜ੍ਹਨਾ ਹੈ। ਤੀਰਥ ਦੇ ਉੱਤੇ ਕਈ ਵਿਸਰਾਮ ਲਗਾਉਂਦੇ ਹਨ, ਲੇਕਿਨ ਪਾਠ ਅੰਤਰਗਤ ਦੇ ਉੱਤੇ ਵਿਸਰਾਮ ਹੈ। ਅਤੇ ਮਲ ਪਾਠ ਪੋਲਾ ਹੈ। ਨਹਾਓ ਪਾਠ ਭਾਰਾ ਬੋਲਣਾ ਹੈ, ਕਿਉਂਕਿ ਨਹਾਉਣ ਦੀ ਗੱਲ ਆਈ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਇ। ਤੇਰੇ ਦੇ ਉੱਤੇ ਵਿਸਰਾਮ ਹੈ। ਮੈਂ ਪਾਠ ਅਲੱਗ ਬੋਲਣਾ ਹੈ। ਇਸੇ ਤਰ੍ਹਾਂ ਅਗਲੀ ਪੰਕਤੀ ਹੈ ਵਿਣ ਗੁਣ ਕੀਤੇ ਭਗਤ ਨਾ ਹੋਇ। ਵਿਣ ਗੁਣ ਕੀਤੇ ਇਸ ਤਰ੍ਹਾਂ ਨਖੇੜ ਕਰ ਕਰ ਬੋਲਣਾ ਹੈ। ਸਵਸਤ ਆਥ ਬਾਣੀ ਬਰਮਾਉ। ਪਾਠ ਹੈ ਸਵਸਤ, ਇਹਨੂੰ ਸੋ ਅਸਤ ਵੱਖਰਾ ਵੱਖਰਾ ਨਹੀਂ ਕਹਿ ਜਾਣਾ। ਆਥ ਦੇ ਉੱਤੇ ਵਿਸਰਾਮ ਹੈ। ਬਾਣੀ ਬਰਮਾਉ। ਸਤ ਸੁਹਾਣ ਸਦਾ ਮਨ ਚਾਉ। ਸੁਹਾਣ ਦੇ ਉੱਤੇ ਵਿਸਰਾਮ ਹੈ। ਕਵਣ ਸੋ ਵੇਲਾ ਵਖਤ ਕਵਣ। ਕਵਣ ਥਿਤ ਕਵਣ ਵਾਰ। ਵੇਲਾ ਪਾਠ ਦੇ ਉੱਤੇ ਵਿਸਰਾਮ ਹੈ। ਸੱਸੇ ਔਂਕੜ ਨੂੰ ਸੋ ਇਸ ਤਰ੍ਹਾਂ ਪੜ੍ਹਨਾ ਹੈ ਵੱਖਰਾ ਕਰਕੇ। ਵਖਤ ਖੱਖੇ ਦੀ ਆਵਾਜ਼ ਪੂਰੀ ਦੇਣੀ ਹੈ। ਕਵਣ ਸੋ ਵੇਲਾ ਇੱਥੇ ਜਮਕ ਹੈ। ਵਖਤ ਕਵਣ ਇੱਥੇ ਵਿਸਰਾਮ ਹੈ। ਕਵਣ ਥਿਤ ਇੱਥੇ ਫਿਰ ਜਮਕ ਹੈ। ਕਵਣ ਸੇ ਰੁੱਤੀ ਮਾਹੋ ਕਵਣ ਜਿਤ ਹੋਆ ਆਕਾਰ। ਕਵਣ ਸੱਸੇ ਸਿਹਾਰੀ ਸੇ ਰੁੱਤੀ ਪਾਠ ਕੱਸ ਕੇ ਹੈ। ਮਾਹੋ ਕਵਣ ਇੱਥੇ ਵਿਸਰਾਮ ਹੈ। ਜਿਤ ਇਹ ਪਾਠ ਪੋਲਾ ਬੋਲਣਾ ਹੈ। ਅਤੇ ਪਾਠ ਹੈ ਆਕਾਰ, ਇਹਨੂੰ ਆਕਾਰ ਨਹੀਂ ਕਹਿਣਾ। ਐੜੇ ਦੇ ਕੰਨਾਂ ਜੋ ਲੱਗਾ ਹੈ ਇਹਦੀ ਆਵਾਜ਼ ਵੀ ਕੱਢਣੀ ਹੈ ਆਕਾਰ। ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ। ਵੇਲ ਦੇ ਉੱਤੇ ਜਮਕ ਹੈ। ਨੰਨਾ ਮੁਕਤਾ ਬੋਲਣਾ ਹੈ। ਨਾ ਪਾਈਆ ਪੰਡਤੀ ਇੱਥੇ ਵਿਸਰਾਮ ਹੈ। ਜੱਜੇ ਸਿਹਾਰੀ ਜੇ ਹੋਵੈ ਲੇਖ ਪੁਰਾਣ। ਪੱਪੇ ਦੇ ਥੱਲੇ ਇੱਕ ਔਂਕੜ ਹੈ, ਇੱਕ ਹੀ ਆਵਾਜ਼ ਕੱਢਣੀ ਹੈ। ਇਹਨੂੰ ਪੂਰਾਣ ਨਹੀਂ ਪੜ੍ਹ ਜਾਣਾ ਜਾਂ ਪ੍ਰਾਣ ਨਹੀਂ ਕਹਿ ਜਾਣਾ। ਪੱਪੇ ਦੇ ਔਂਕੜ ਛੱਡ ਜਾਂਦੇ ਹਨ ਕਈ। ਪੁਰਾਣ। ਵਖਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਕੁਰਾਨ। ਕਾਦੀਆ ਪਾਠ ਪੋਲਾ ਪੜ੍ਹਨਾ ਹੈ। ਕਈ ਕਾਦੀਆਂ ਬਿੰਦੀ ਲਾ ਕੇ ਪੜ੍ਹ ਜਾਂਦੇ ਹਨ, ਸੋ ਬਿੰਦੀ ਨਹੀਂ ਲਾਉਣੀ। ਕਈ ਕਾਦੀਆ ਪੜ੍ਹਦੇ ਹਨ ਕੱਸ ਕੇ, ਸੋ ਉਹ ਵੀ ਠੀਕ ਨਹੀਂ। ਪੋਲਾ ਜਿਹਾ ਪਾਠ ਹੈ ਕਾਦੀਆ, ਇੱਥੇ ਵਿਸਰਾਮ ਹੈ। ਲਿਖਣ ਪਾਠ ਪੋਲਾ ਹੈ। ਲੇਖ ਕੁਰਾਨ ਕੱਕੇ ਔਂਕੜ ਬੋਲ ਕੇ
ਕੁਰਾਨ ਬੋਲਣਾ ਹੈ ਅਣਾਣਾ ਲਾ ਕੇ। ਠਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹੁ ਨਾ ਕੋਈ। ਠਿਤ ਵਾਰ ਇੱਥੇ ਜਮਕ ਹੈ, ਨੰਨੇ ਕੰਨਾ ਆਇਆ ਹੈ, ਇਹਨੂੰ ਨਾ ਬੋਲਣਾ ਹੈ। ਪੂਰੀ ਆਵਾਜ਼ ਦੇਣੀ ਹੈ ਕੰਨੇ ਦੀ। ਜਾਣੈ ਦੇ ਉੱਤੇ ਵਿਸਰਾਮ ਹੈ। ਰੁੱਤ ਮਾਹੁ ਨਾ ਕੋਈ, ਕਿਉਂਕਿ ਕੰਨਾ ਲੱਗਾ ਹੈ ਇਸ ਕਰਕੇ ਨਾ ਬੋਲਿਆ ਜਾ ਰਿਹਾ ਹੈ। ਜੇ ਨੰਨਾ ਮੁਕਤਾ ਹੋਵੇ ਫਿਰ ਥੋੜ੍ਹੀ ਜਿਹੀ ਆਵਾਜ਼ ਆਉਂਦੀ ਹੈ ਨਾ, ਲੇਕਿਨ ਇੱਥੇ ਨੰਨੇ ਨੂੰ ਕੰਨਾ ਹੈ ਇਸ ਕਰਕੇ ਨਾ ਪਾਠ ਬੋਲਣਾ ਹੈ। ਜਾ ਕਰਤਾ ਸਿਰ ਠੀਕਉ ਸਾਜੇ, ਆਪੇ ਜਾਣੈ ਸੋਈ। ਜਾ ਕਰਤਾ ਇੱਥੇ ਥੋੜ੍ਹਾ ਰੁਕ ਕੇ ਸਿਰਠੀ ਕਾਉ ਸਾਜੇ, ਸਿਰਠੀ ਪਾਠ ਹੀ ਪੜ੍ਹਨਾ ਹੈ ਠੱਠੇ ਦੇ ਨਾਲ ਅਤੇ ਪਾਠ ਬੋਲਣਾ ਹੈ ਕਾਉ। ਇਹਨੂੰ ਕੋ ਨਹੀਂ ਕਹਿਣਾ। ਕੱਕਾ ਊੜੇ ਔਂਕੜ ਕਾਉ ਸਾਜੇ, ਇੱਥੇ ਵਿਸਰਾਮ ਹੈ। ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਾਲਾਹੀ, ਕਿਉ ਵਰਨੀ ਕਿਵ ਜਾਣਾ। ਆਮ ਹੀ ਅਸੀਂ ਸੱਸੇ ਨੂੰ ਕੰਨਾ ਛੱਡ ਜਾਂਦੇ ਹਾਂ, ਲੇਕਿਨ ਸੱਸੇ ਕੰਨਾ ਲੱਲੇ ਕੰਨਾ ਬੋਲਣਾ ਹੈ ਸਾਲਾਹੀ, ਫਿਰ ਸਹੀ ਉਚਾਰਨ ਹੋਵੇਗਾ ਅਤੇ ਇੱਥੇ ਹੀ ਵਿਸਰਾਮ ਹੈ। ਨਾਨਕ ਆਖਣ ਸਭ ਕੋ ਆਖੈ, ਇਕ ਦੂ ਇਕ ਸਿਆਣਾ। ਨਾਨਕ ਪਦ ਦੇ ਉੱਤੇ ਜਮਕ ਲਗਾਉਣੀ ਹੈ ਥੋੜ੍ਹਾ ਰੁਕ ਕੇ। ਆਖਣ ਸਭ ਕੋ ਆਖੈ, ਇੱਥੇ ਵਿਸਰਾਮ ਹੈ। ਇੱਕ ਦੂ ਇਹ ਪਾਠ ਇਕੱਠਾ ਪੜ੍ਹਨਾ ਹੈ। ਦੱਦੇ ਦਲੈਂਕੜਾਂ ਹਨ, ਦੂ ਪਾਠ ਦੀ ਆਵਾਜ਼ ਆਉਣੀ ਹੈ। ਇੱਕ ਦੂ ਇੱਕ ਸਿਆਣਾ, ਇਹ ਸੰਬੰਧਕ ਪਾਠ ਪੜ੍ਹਨਾ ਹੈ। ਕਈ ਸਿੰਘ ਇੱਕ ਦੂ ਇੱਕ ਇਹ ਤਿੰਨੇ ਪਾਠ ਸੰਬੰਧਕ ਕਰਵਾ ਦਿੰਦੇ ਹਨ, ਲੇਕਿਨ ਦਮਦਮੀ ਟਕਸਾਲ ਦੇ ਗੁਰਬਾਣੀ ਪਾਠ ਦਰਪਣ ਦੇ ਅੰਦਰ ਇੱਕ ਦੂ ਪਾਠ ਨੂੰ ਸੰਬੰਧਕ ਕਰਕੇ ਲਿਖਿਆ ਹੈ। ਅਤੇ ਮਹਾਂਪੁਰਖਾਂ ਵੀ ਜਦੋਂ ਨਿਤਨੇਮ ਦਾ ਪਾਠ ਕੀਤਾ ਹੈ ਸ੍ਰੀ ਜਪਜੀ ਸਾਹਿਬ ਦਾ, ਉਹਦੇ ਅੰਦਰ ਵੀ ਉਹਨਾਂ ਨੇ ਇੱਕ ਦੂ ਨੂੰ ਹੀ ਸੰਬੰਧਕ ਕੀਤਾ ਹੈ। ਇਸ ਕਰਕੇ ਇਸ ਪਾਠ ਨੂੰ ਅਲੱਗ ਅਲੱਗ ਨਹੀਂ ਬੋਲਣਾ। ਇੱਕ ਦੂ ਇੱਕ ਸਿਆਣਾ, ਸੋ ਇਹ ਢੰਗ ਹੈ ਬੋਲਣ ਦਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ। ਹੁਣ ਧਿਆਨ ਰੱਖਣਾ ਹੈ, ਇਹਨੂੰ ਬਹੁਤੇ ਵੱਡਾ ਪੜ੍ਹ ਜਾਂਦੇ ਹਨ। ਡੱਡੇ ਦੀ ਥਾਂ ਦੇ ਉੱਤੇ ਢੱਡਾ ਲਾ ਦਿੰਦੇ ਹਨ, ਲੇਕਿਨ ਡੱਡਾ ਹੀ ਪੜ੍ਹਨਾ ਹੈ। ਵੱਡਾ ਸਾਹਿਬ ਵੱਡੀ ਨਾਈ, ਨਾਈ ਦੇ ਉੱਤੇ ਵਿਸਰਾਮ ਹੈ। ਕੀਤਾ ਜਾ ਕਾ, ਇਹਨੂੰ ਜਾਕਾ ਨਹੀਂ ਪੜ੍ਹ ਜਾਣਾ। ਜਾ ਵੱਖਰਾ ਹੈ, ਕਾ ਵੱਖਰਾ ਹੈ। ਨਾਨਕ ਜੇ ਕੋ ਆਪਾਉ ਜਾਣੈ, ਅੱਗੇ ਗਿਆ ਨਾ ਸੋ ਹੈ। ਨਾਨਕ ਜੇ ਕੋ ਆਪਾਉ, ਪੱਪੇ ਦੇ ਉੱਤੇ ਕਨੌੜਾ ਲੱਗਾ ਹੋਇਆ ਹੈ। ਪਾਠ ਹੈ ਪਾਉ, ਆਪਾਉ ਜਾਣੈ, ਇੱਥੇ ਵਿਸਰਾਮ ਹੈ। ਅੱਗੇ ਗਿਆ ਨਾ ਸੋ ਹੈ ਅਤੇ ਪਾਠ ਹੈ ਗਿਆ, ਇਹਨੂੰ ਗਿਆ ਨਹੀਂ ਕਹਿ ਜਾਣਾ। ਈੜੀ ਸਿਹਾਰੀ ਬੋਲਣੀ ਹੈ ਗਿਆ। ਜਿਵੇਂ ਪਾਠ ਬੋਲਿਆ ਸੀ ਦਇਆ, ਉਸੇ ਤਰ੍ਹਾਂ ਹੀ ਗਿਆ ਨੰਨਾ ਮੁਕਤਾ ਨਾ ਸੋ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ